ट्रू फॉल्स एंड नॉट गिवन हमेशा स्टूडेंट्स लिए प्रॉब्लम रहते हैं। किस तरीके ना करिए ट्रू फॉल्स ईजी चीज़ आ, स्टिल वी आर डूइंग मिस्टेक्स, बहुत सारे स्टूडेंट्स मिस्टेक करते हैं ਇਹਦੇ ਵਿੱਚ। इस वीडियो ਦੇ ਵਿੱਚ स्टूडेंट गारंटी ਦੇ ਨਾਲ कहना है कि वीडियो ਨੂੰ एंड तक जरूर देख लियो, और वीडियो ਨੂੰ एंड तक देखने तो बाद ਤੁਸੀਂ ਆਪਣੇ ਆਪ ਕਹੋਗੇ कि ट्रू फॉल्स एंड नॉट गिवन ਹੁਣ ਤੁਹਾਡੇ ਲਈ ਕੋਈ ਪ੍ਰੋਬਲਮ ਨਹੀਂ ਹੈਗੇ। ਬਹੁਤਾ ਟਾਈਮ ਵੇਸਟ ਨਹੀਂ ਕਰਦੇ, ਸਟਾਰਟ ਕਰਦੇ ਹਾਂ ਵੀਡੀਓ ਨੂੰ ਕਿ ਕਿਵੇਂ ट्रू फॉल्स ਨੂੰ ਆਪਾਂ ਅਟੈਂਪਟ ਕਰਨਾ। ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਟੂਡੈਂਟਸ ਹਰ ਵਾਰ ਦੀ ਤਰ੍ਹਾਂ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਵੀਡੀਓ ਨੂੰ ਲਾਈਕ ਨਾ ਕਰਿਓ, ਈਵਨ ਕਿ ਯੂ ਡੋਂਟ ਨੀਡ ਟੂ ਸਬਸਕ੍ਰਾਈਬ ਮਾਈ ਚੈਨਲ। ਮੇਰੀ ਵੀਡੀਓ ਨੂੰ ਤੁਸੀਂ ਨਾ ਤੁਹਾਨੂੰ ਲਾਈਕ ਕਰਨ ਦੀ ਜ਼ਰੂਰਤ ਆ ਫਿਲਹਾਲ, ਨਾ ਤੁਹਾਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰਤ ਆ। ਫਸਟ ਆਫ ਆਲ ਤੁਸੀਂ ਮੇਰੀ ਪੂਰੀ ਵੀਡੀਓ ਨੂੰ ਦੇਖਣਾ ਆ, ਐਂਡ ਵੀਡੀਓ ਨੂੰ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਲੱਗੇ ਕਿ ਡੈਫੀਨੇਟਲੀ ਮੇਰਾ ਮੈਥਡ ਜਿਹੜਾ ਤੁਹਾਨੂੰ ਵਧੀਆ ਲੱਗਾ, ਐਂਡ ਤੁਸੀਂ ਜਿਹੜਾ ਆ ਮੇਰੀ ਵੀਡੀਓ ਨੂੰ ਲਾਈਕ ਵੀ ਕਰਨਾ ਐਂਡ ਸਬਸਕ੍ਰਾਈਬ ਵੀ ਕਰਨਾ ਹੈਗਾ। ਸਟੂਡੈਂਟ ਗਾਰੰਟੀ ਦੇ ਨਾਲ ਕਹਿਣਾ ਆ, ਇੰਨੇ ਕੌਨਫੀਡੈਂਸ ਦੇ ਨਾਲ ਕਹਿ ਰਿਹਾ, ਤੇ ਵੀਡੀਓ ਨੂੰ ਜ਼ਰੂਰ ਦੇਖਿਓ ਔਰ ਤੁਸੀਂ ਖੁਦ ਦੇਖੋਗੇ ਡਿਫਰੈਂਸ ਕੀ ਹੈਗਾ। ਸੋ ਹੁਣ ਕਰਦੇ ਹਾਂ ਸਟਾਰਟ ਆਪਾਂ ਵੀਡੀਓ। ਟਰੂ ਫਾਲਸ ਦੇ ਵਿੱਚ ਸਟੂਡੈਂਟ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖਣਾ। ਇੱਕ ਤਾਂ ਆਪਾਂ ਯੂਜ਼ ਕਰਨਾ ਹੈਗਾ ਕੀਵਰਡਸ ਨੂੰ, ਐਂਡ ਨੰਬਰ 2 ਤੇ ਸਟੂਡੈਂਟ ਅੰਡਰਸਟੈਂਡਿੰਗ ਮੀਨਸ ਕੀ ਆ ਕਿ ਸਾਨੂੰ ਪੁੱਛਿਆ ਕੀ ਜਾ ਰਿਹਾ। ਇਹ ਦੋ ਚੀਜ਼ਾਂ ਹੈਗੀਆਂ ਸਟੂਡੈਂਟ ਜਿਨ੍ਹਾਂ ਦਾ ਤੁਸੀਂ ਹਮੇਸ਼ਾ ਖਿਆਲ ਰੱਖਣਾ ਜਦੋਂ ਵੀ ਤੁਸੀਂ ਟਰੂ ਫਾਲਸ ਨੂੰ ਕਰਦੇ ਆ। ਸੋ ਫਸਟ ਆਫ ਆਲ ਕੁਐਸਚਨ ਲੈਂਦੇ ਆ, ਟਾਈਮ ਸਪੈਂਡ ਨਹੀਂ ਕਰਦੇ ਜ਼ਿਆਦਾ ਆਪਾਂ। ਫਸਟ ਉਹੀ ਜਿਸ ਤਰ੍ਹਾਂ ਪਹਿਲਾਂ ਕਰਦੇ ਆਪਾਂ ਕੀਵਰਡਸ ਨੂੰ ਫਾਈਂਡ ਆਊਟ ਕਰਾਂਗੇ। ਟਰੂ ਫਾਲਸ ਸਾਡੇ ਹੈਗੇ ਆ। ਫਸਟ ਕੁਐਸਚਨ ਦੇ ਵਿੱਚ ਸਾਨੂੰ ਜਿਵੇਂ ਪੁੱਛਿਆ ਦਾ FAA ਵਾਸ ਕ੍ਰੀਏਟਡ ਐਜ਼ ਅ ਰਿਜ਼ਲਟ ਆਫ ਦਾ ਇੰਟਰੋਡਕਸ਼ਨ ਆਫ ਦਾ ਜੈਟ ਇੰਜਨ। ਸੋ ਫਸਟ ਆਫ ਆਲ ਸਟੂਡੈਂਟ ਇਹਦੇ ਵਿੱਚ ਜਿਹੜਾ ਕੀਵਰਡ ਹੈਗਾ ਦੈਟ ਇਜ਼ ਜੈਟ ਇੰਜਨ ਐਂਡ FAA, ਠੀਕ ਹੈ ਜੀ। ਸੋ ਇਹਨੂੰ ਆਪਾਂ ਧਿਆਨ ਦੇ ਵਿੱਚ ਰੱਖਾਂਗੇ। ਦੈਨ ਵੀ ਹੈਵ ਦਾ ਨੈਕਸਟ ਕੁਐਸਚਨ ਦੈਟ ਇਜ਼ air traffic control started after the Grand Canyon crash in 1956 and air traffic control ਨੂੰ short form ਦੇ ਵਿੱਚ ਵੀ use ਕੀਤਾ ਜਾ ਸਕਦਾ ATC। and after that students we have the question beacons and flashing lights are still used by ATC today। okay, beacons and flashing lights are still used students। ਇਸ ਤਰੀਕੇ ਦੇ ਜਿਹੜੇ ਵਰਡ ਹੁੰਦੇ ਆ ਜਿਵੇਂ ਕਿ ਓਨਲੀ ਹੋ ਸਕਦਾ, ਸਟਿਲ ਹੋ ਸਕਦਾ ਆ, ਇਸ ਤਰੀਕੇ ਦੇ ਵਰਡਸ ਦਾ ਹਮੇਸ਼ਾ ਖਿਆਲ ਰੱਖਣਾ ਤੁਸੀਂ ਟਰੂ ਫਾਲਸ ਕਰਦੇ ਹੋਏ। then we have the some improvements were made in radio communication during World War II। ਇਸ ਤੇ ਆਪਾਂ ਲੱਭਾਂਗੇ and we have to focus on the improvements। class F air space ਇੱਕ ਤਰ੍ਹਾਂ ਦੀ ਕਲਾਸ ਹੋਊਗੀ ਸਟੂਡੈਂਟ, ਇਹਨੂੰ ਚੇਂਜ ਨਹੀਂ ਕਰ ਸਕਦਾ, ਇਹ ਵੀ ਖਿਆਲ ਰੱਖਣਾ ਤੁਸੀਂ। in airspace which is below 365 meters and not near airports। so इसी तरह आप अगला क्वेश्चन देते हैं all aircrafts in class E airspace must use IFR। students ਇਹਦਾ ਖਿਆਲ ਰੱਖਣਾ। then a pilot entering class C airspace is flying over an average sized city। so students ਇਹ ਸਾਡੇ keywords ਹੋ ਚੁੱਕੇ ਆ। keywords ਅਸੀਂ find out ਕਰ ਲਏ ਆ। ਪੈਸੇ ਦੇ ਵਿੱਚ ਜਾਵਾਂਗੇ, ਪਹਿਲਾਂ ਕੁਐਸਚਨ ਇੱਕ ਵਾਰੀ ਪੜ੍ਹ ਲਈਏ। ਕੁਐਸਚਨ ਕਹਿੰਦਾ ਕਿ ਦਾ FAA ਵਾਸ ਕ੍ਰੀਏਟਡ ਐਜ਼ ਅ ਰਿਜ਼ਲਟ ਆਫ ਦਾ ਇੰਟਰੋਡਕਸ਼ਨ ਆਫ ਦਾ ਜੈਟ ਇੰਜਨ। ਇਟ ਮੀਨਸ ਕੀ ਆ ਕਿ ਜਦੋਂ ਜੈਟ ਇੰਜਨ ਦੀ ਇੰਟਰੋਡਕਸ਼ਨ ਹੋਈ ਆ, ਜਦੋਂ ਜੈਟ ਇੰਜਨਸ ਜਿਹੜੇ ਆਏ ਆ ਉਸ ਤੋਂ ਬਾਅਦ ਉਸ ਦੇ ਕਰਕੇ ਕਹਿ ਲਓ ਜਾਂ ਉਸ ਤੋਂ ਬਾਅਦ ਕਹਿ ਲਓ FAA ਨੂੰ ਕ੍ਰੀਏਟ ਕੀਤਾ ਗਿਆ ਸੀਗਾ। ਸੋ ਸਟੂਡੈਂਟਸ ਜੇ ਤਾਂ ਉਹ ਇਸੇ ਤਰੀਕੇ ਨਾਲ ਕਹੂਗਾ ਕਿ ਯੈਸ ਆਫਟਰ ਦਾ ਇੰਟਰੋਡਕਸ਼ਨ ਆਫ ਦਾ ਜੈਟ ਇੰਜਨਸ, ਜਾਂ ਫਿਰ ਇੰਟਰੋਡਕਸ਼ਨ ਦੇ ਜੈਟ ਇੰਜਨਸ ਦੇ ਆਉਣ ਤੋਂ ਬਾਅਦ ਦੇ ਵਿੱਚ, ਜਾਂ ਇਹ ਇੱਕ ਕਾਰਨ ਬਣਿਆ FAA ਦੀ ਕ੍ਰੀਏਸ਼ਨ ਦਾ, ਦੈਨ ਸਾਡਾ ਜਿਹੜਾ ਆਨਸਰ ਆ ਸਟੂਡੈਂਟਸ ਉਹ ਹੋਊਗਾ ਟਰੂ। ਜੇਕਰ ਉਹ ਕਹੂਗਾ ਕਿ ਨਹੀਂ ਜੈਟ ਇੰਜਨ ਦੀ ਇੰਟਰੋਡਕਸ਼ਨ ਤੋਂ ਬਾਅਦ ਦੇ ਪਹਿਲਾਂ ਜਿਹੜਾ FAA ਕ੍ਰੀਏਟ ਹੋ ਗਿਆ ਸੀਗਾ, ਦੈਨ ਆਨਸਰ ਹੋਊਗਾ ਫਾਲਸ। ਜੇਕਰ ਸਟੂਡੈਂਟ ਇਹਦੇ ਵਿੱਚੋਂ ਜਾਂ ਸਾਨੂੰ ਇਹ ਚੀਜ਼ ਦੱਸੀ ਨਾ ਹੋਈ ਵੀ FAA ਦੀ ਕ੍ਰੀਏਸ਼ਨ ਇਹਦੀ ਇੰਟਰੋਡਕਸ਼ਨ ਤੋਂ ਪਹਿਲਾਂ ਹੋਈ ਜਾਂ ਬਾਅਦ ਦੇ ਵਿੱਚ ਹੋਈ ਆ, ਦੈਨ ਸਾਡਾ ਆਨਸਰ ਹੋਊਗਾ ਨਾਟ ਗਿਵਨ। ਸੋ ਇਸ ਤਰੀਕੇ ਨਾਲ ਪਹਿਲਾਂ ਅੰਡਰਸਟੈਂਡ ਕਰਨਾ ਕੁਐਸਚਨ ਨੂੰ ਕਿ ਕਿੱਦਾਂ ਸਾਡਾ ਟਰੂ ਫਾਲਸ ਐਂਡ ਨਾਟ ਗਿਵਨ ਜਿਹੜਾ ਲਿਖਿਆ ਜਾਊਗਾ ਤੇ ਕੁਐਸਚਨ ਦੇ ਵਿੱਚ ਕੀ ਪਾ ਸਕਦਾ। ਸੋ ਸਟੂਡੈਂਟ ਚੱਲਦੇ ਹਾਂ ਪੈਸੇਜ ਦੇ ਵਿੱਚ। ਪੈਸੇਜ ਦੇ ਵਿੱਚ ਤੁਸੀਂ ਦੇਖ ਸਕਦੇ ਆ ਫਸਟ ਪੈਰਾਗ੍ਰਾਫ ਦੇ ਵਿੱਚੋਂ ਆਪਾਂ ਸਟਾਰਟ ਕਰ ਲਵਾਂਗੇ। ਸੋ ਸਿੱਧਾ ਚੱਲਦੇ ਹਾਂ, ਇੱਥੇ ਦੇਖਦੇ ਹਾਂ ਆਪਾਂ ਕਿ ਸਾਡਾ FAA। ਸੋ ਸਟੂਡੈਂਟਸ FAA ਸਾਡਾ ਪਹਿਲੇ ਹੀ ਦੂਸਰੇ ਸੈਂਟੈਂਸ ਦੇ ਵਿੱਚ ਪਿਆ ਆ, ਇਹਨੂੰ ਆਪਾਂ ਦੇਖ ਲੈਂਦੇ। ਇਹਦੀ ਫੁੱਲ ਫਾਰਮ ਹੈਗੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ। ਓਕੇ, ਇਹਨੂੰ ਪੜ੍ਹਦੇ ਹਾਂ ਆਪਾਂ। ਐਨ ਐਕਸੀਡੈਂਟ ਦੈਟ ਅਕਰਡ ਇਨ ਦਾ ਸਕਾਈਜ਼ ਓਵਰ ਦਾ ਗ੍ਰੈਂਡ ਕੈਨੀਅਨ ਇਨ 1956 ਰਿਜ਼ਲਟਡ ਇਨ ਦਾ ਐਸਟੈਬਲਿਸ਼ਮੈਂਟ ਆਫ ਦਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ। ਸੋ ਸਟੂਡੈਂਟ ਆਨਸਰ ਸਾਡਾ ਇੱਥੇ ਕਲੀਅਰ ਹੋ ਗਿਆ। ਐਸਟੈਬਲਿਸ਼ਮੈਂਟ ਆਫ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੈਟ ਇਜ਼ ਕਾਲਡ FAA ਕਦੋਂ ਹੋਈ ਆ? ਇਹ ਹੋਈ ਆ ਜੀ, ਇੱਕ ਐਕਸੀਡੈਂਟ ਹੋਇਆ ਸੀਗਾ ਕਹਿੰਦਾ ਗ੍ਰੈਂਡ ਕੈਨੀਅਨ ਦੇ ਵਿੱਚ, ਓਵਰ ਦਾ ਗ੍ਰੈਂਡ ਕੈਨੀਅਨ ਸਕਾਈਜ਼ ਦੇ ਵਿੱਚ,
1956 ਦੇ ਵਿੱਚ, ਜਿਹਦਾ ਨਤੀਜਾ ਇਹ ਆਇਆ, ਜਿਸ ਦਾ ਰਿਜ਼ਲਟ ਇਹ ਆਇਆ ਕਿ ਉਸ ਤੋਂ ਬਾਅਦ FAA ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਐਸਟੈਬਲਿਸ਼ਮੈਂਟ ਹੋਈ ਆ। ਸੋ ਕੁਐਸਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਹਿ ਰਿਹਾ ਸੀਗਾ FAA ਵਾਸ ਕ੍ਰੀਏਟਡ ਐਜ਼ ਅ ਰਿਜ਼ਲਟ ਆਫ ਦਾ ਇੰਟਰੋਡਕਸ਼ਨ ਆਫ ਦਾ ਜੈਟ ਇੰਜਨ। ਨੋ, ਜੈਟ ਇੰਜਨ ਦੇ ਬਾਅਦ ਨਹੀਂ ਹੋਈ, ਇਸ ਦੀ ਜਿਹੜੀ ਐਸਟੈਬਲਿਸ਼ਮੈਂਟ ਹੋਈ ਆ ਐਸ ਐਕਸੀਡੈਂਟ ਤੋਂ ਬਾਅਦ। ਸੋ ਸਟੂਡੈਂਟਸ ਇੱਥੇ ਜਿਹੜਾ ਸਾਡਾ ਕੀ ਹੋਊਗਾ, ਆਨਸਰ ਇਹ ਵਾਲਾ ਫਾਲਸ ਹੋ ਜਾਊਗਾ। ਫਾਲਸ ਹੋਣ ਤੋਂ ਇੱਕ ਚੀਜ਼ ਹੋਰ ਆਪਾਂ ਦੇਖ ਲੈਂਦੇ, ਜਿਵੇਂ ਕਿ ਜੈਟ ਇੰਜਨ ਸੀਗਾ, ਹੋ ਸਕਦਾ ਤੁਹਾਨੂੰ ਜੈਟ ਇੰਜਨ ਤੁਸੀਂ ਕਹੋ ਕਿ ਇੱਥੇ ਜੈਟ ਇੰਜਨ ਦੀ ਕੋਈ ਗੱਲ ਨਹੀਂ ਹੋਈ ਵੀ ਅਸੀਂ ਕਿੱਦਾਂ ਕਹਿ ਸਕਦੇ ਹਾਂ ਆਨਸਰ ਦਾ। ਵੈਸੇ ਸਾਡਾ ਆਨਸਰ ਇੱਥੇ ਆ ਚੁੱਕਿਆ। ਜੈਟ ਇੰਜਨ ਜਿਹੜਾ ਕੀ ਹੈਗਾ, ਜੈਟ ਇੰਜਨ ਦੀ ਵੀ ਸਟੂਡੈਂਟ ਇੱਥੇ ਕੀਵਰਡ ਦੇ ਵਿੱਚ ਗੱਲ ਹੋਈ ਆ, ਆਪਾਂ ਜੈਟ ਇੰਜਨ ਦੇਖ ਲੈਂਦੇ ਹਾਂ। ਸੋ ਆਹ ਸਟੂਡੈਂਟ ਸਾਡਾ ਜੈਟ ਇੰਜਨ ਪਿਆ, ਜੈਟ ਇੰਜਨ ਵਾਲਾ ਸੈਂਟੈਂਸ ਵੀ ਆਪਾਂ ਪੜ੍ਹ ਲੈਂਦੇ ਹਾਂ। It was only after the creation of FAA. It was only after the creation of the FAA. It means कि FAA ਦੀ creation ਤੋਂ ਬਾਅਦ that full scale regulation of America's airspace took place, ਕਿ ਅਮਰੀਕਾ ਦੇ ਵਿੱਚ full scale regulation ਜਿਹੜੀ ਸੀਗੀ ਉਸਨੇ ਉਹ ਜਿਹੜੀ establish ਹੋ ਗਈ, and this was for audacious for the advent of the jet engine. ਸੋ ਇਸ ਤੋਂ ਬਾਅਦ ਜਿਹੜੀ ਹੈ ਜੈਟ ਇੰਜਨ ਦੀ ਜਿਹੜੀ ਐਡਵੈਂਟ ਹੋਇਆ। ਸੋ ਇਟ ਮੀਨਸ ਕਿ ਇੱਥੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਜੈਟ ਇੰਜਨ ਤਾਂ ਕਿਤੇ ਹੀ ਇਸ ਤੋਂ ਬਾਅਦ ਬਣਿਆ ਜਾ ਕੇ। ਸੋ ਦੈਨ ਅਗੇਨ ਵੀ ਕੈਨ ਸੇ ਦੈਟ ਆਨਸਰ ਇਜ਼ ਫਾਲਸ। ਸੋ ਹੋਪ ਆ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਟੂਡੈਂਟ। ਨੈਕਸਟ ਕੁਐਸਚਨ ਦੇਖਦੇ ਹਾਂ ਇਸ ਤਰੀਕੇ ਦੇ ਨਾਲ ਹੀ। ਏਅਰ ਟ੍ਰੈਫਿਕ ਕੰਟਰੋਲ ਸਟਾਰਟਡ ਆਫਟਰ ਦਾ ਗ੍ਰੈਂਡ ਕੈਨੀਅਨ ਕ੍ਰੈਸ਼ ਇਨ 1956। ਆ ਤਾਂ ਆਪਾਂ ਹੁਣੀ ਪੜ੍ਹ ਕੇ ਆਏ ਹਾਂ। ਕੁਐਸਚਨ ਕੀ ਕਹਿ ਰਿਹਾ, ਕੁਐਸਚਨ ਕਹਿ ਰਿਹਾ ਕਿ ਇਸ ਕ੍ਰੈਸ਼ ਤੋਂ ਬਾਅਦ ਜਿਹੜਾ ਆ ਏਅਰ ਟ੍ਰੈਫਿਕ ਕੰਟਰੋਲ ਨੂੰ ਸਟਾਰਟ ਕੀਤਾ ਗਿਆ। ਹੁਣ ਆਪਾਂ ਕੀ ਦੇਖਾਂਗੇ ਕਿ ਜਿਹੜਾ ਏਅਰ ਟ੍ਰੈਫਿਕ ਕੰਟਰੋਲ ਆ ਉਹ ਗ੍ਰੈਂਡ ਕੈਨੀਅਨ ਕ੍ਰੈਸ਼ ਤੋਂ ਬਾਅਦ ਸਟਾਰਟ ਕੀਤਾ ਗਿਆ। ਜੇ ਤਾਂ ਇਸੇ ਤਰ੍ਹਾਂ ਹੋਊਗੀ ਆਨਸਰ ਹੋਊਗਾ ਟਰੂ। ਜੇਕਰ ਕਹੂਗਾ ਕਿ ਨਹੀਂ ਗ੍ਰੈਂਡ ਕੈਨੀਅਨ ਕ੍ਰੈਸ਼ ਤੋਂ ਪਹਿਲਾਂ ਹੀ ATC ਜਿਹੜਾ ਸਟਾਰਟ ਹੋ ਚੁੱਕਿਆ ਸੀਗਾ, ਦੈਨ ਆਨਸਰ ਹੋਊਗਾ ਫਾਲਸ। ਔਰ ਅਗਰ ਸਾਨੂੰ ਇਹ ਦੱਸਿਆ ਨਾ ਹੋਇਆ ਕਿ ਏਅਰ ਟ੍ਰੈਫਿਕ ਕੰਟਰੋਲ ਦੀ ਸਟਾਰਟਿੰਗ ਕਦੋਂ ਹੋਈ ਆ, ਇਸ ਤੋਂ ਪਹਿਲਾਂ ਹੋਈ ਜਾਂ ਬਾਅਦ ਦੇ ਵਿੱਚ ਹੋਈ, ਦੈਨ ਸਾਡਾ ਆਨਸਰ ਹੋਊਗਾ ਨਾਟ ਗਿਵਨ। ਸੋ ਅਗੇਨ ਇਸ ਨੂੰ ਆਪਾਂ ਦੇਖ ਲੈਂ ਸਟੂਡੈਂਟ। ਗ੍ਰੈਂਡ ਕੈਨੀਅਨ ਜਿਹੜਾ ਸਾਡਾ ਹੈਗਾ ਉਹ ਆਪਾਂ ਇੱਥੇ ਪੜ੍ਹ ਕੇ ਆਏ ਹਾਂ ਕਿ an accident that occurred in the skies over the Grand Canyon in 1956 resulted in the establishment. ਸੋ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਕਿ ਉਹ ਕੀ ਕਹਿ ਰਿਹਾ ਕਿ ਗ੍ਰੈਂਡ ਕੈਨੀਅਨ ਦੀ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਸ ਐਕਸੀਡੈਂਟ ਤੋਂ ਬਾਅਦ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਬਣਾਇਆ ਗਿਆ ਸੀਗਾ। ਠੀਕ ਹੈ ਜੀ, ਟੂ ਰੈਗੂਲੇਟ ਓਵਰਸੀ ਦਾ ਆਪਰੇਸ਼ਨ ਇਨ ਆਫ 에ਅਰਕ੍ਰਾਫਟ ਇਨ ਦਾ ਸਕਾਈਜ਼ ਓਵਰ ਦਾ ਯੂਨਾਈਟਿਡ ਸਟੇਟਸ ਵਿਚ ਵਰ ਬਿਕਮਿੰਗ ਕੁਆਇਟ ਕੰਜੈਸਟਡ ਰਿਜ਼ਲਟਿੰਗ the resulting structure of air traffic control has greatly increased the safety of flight in the United States, and similar air traffic control procedures are also in place over much of the rest of the world. So ਇਹਦੇ ਵਿੱਚ ਸਟੂਡੈਂਟ ਸਾਡਾ ATC ਤਾਂ ਆ ਗਿਆ, ਇੱਥੇ air traffic control ਤਾਂ ਆ ਚੁੱਕਿਆ। ਸੋ ਇੱਥੇ ਸਾਡਾ ATC ਆ ਗਿਆ, ਬਟ ਉਹ ਕਹਿੰਦਾ ਕਿ ਗ੍ਰੈਂਡ ਕੈਨੀਅਨ ਦੇ ਐਕਸੀਡੈਂਟ ਤੋਂ ਬਾਅਦ ਤਾਂ ਜਿਹੜੀ ਸਟੈਬਲਿਸ਼ਮੈਂਟ ਹੋਈ ਸੀਗੀ ਉਹ FAA ਦੀ ਹੋਈ ਸੀਗੀ। ਉਸ ਤੋਂ ਅੱਗੇ ਵੀ ਆਪਾਂ ਪੜ੍ਹ ਲੈਂਦੇ ਹਾਂ। ਸੋ ਅੱਗੇ ਆਪਾਂ ਜਿਹੜਾ ਦੇਖ ਲਿਆ ਸਟੂਡੈਂਟ ਸਾਰਾ ਕੁਝ ਕਿ ਰਿਜ਼ਲਟਿੰਗ ਸਟਰਕਚਰ ਆਫ ATC ਵੀ ਇੱਥੇ ਆਇਆ, ਬਟ ATC ਦੀ ਸਟੈਬਲਿਸ਼ਮੈਂਟ ਦੇ ਬਾਰੇ ਗੱਲ ਨਹੀਂ ਕੀਤੀ ਹੈਗੀ। ਅਗਲੇ ਪੈਰਾਜ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖ ਸਕਦੇ ਆ, ਰਿਊਡੀਮੈਂਟਰੀ ਕੀ ਹੁੰਦਾ ਸਟੂਡੈਂਟਸ, ਨਾਰਮਲ ਜਾਂ ਬਹੁਤ ਜ਼ਿਆਦਾ ਐਡਵਾਂਸ ਨਹੀਂ, ਬਹੁਤ ਜ਼ਿਆਦਾ ਸਫਿਸਟੀਕੇਟਡ ਨਹੀਂ। ਰਿਊਡੀਮੈਂਟਰੀ ਏਅਰ ਟ੍ਰੈਫਿਕ ਕੰਟਰੋਲ ATC ਸਾਡਾ ਐਕਚੁਅਲ ਦੇ ਵਿੱਚ ਇੱਥੇ ਆ ਜਾ ਕੇ existed well before the Grand Canyon disaster। ਸੋ ਸਟੂਡੈਂਟ ਸਾਡਾ ਆਨਸਰ ਤਾਂ ਇੱਥੇ ਹੀ ਆ ਗਿਆ ਕਿ ਗ੍ਰੈਂਡ ਕੈਨੀਅਨ ਡਿਜ਼ਾਸਟਰ ਤੋਂ ਪਹਿਲਾਂ ਹੀ, ਕਾਫੀ ਟਾਈਮ ਪਹਿਲਾਂ ਹੀ ATC ਐਗਜ਼ਿਸਟ ਕਰਦਾ ਪਿਆ ਸੀਗਾ। ਸੋ ਆਨਸਰ ਸਾਡਾ ਐਗਜ਼ੈਕਟ ਹੁਣ ਆਇਆ ਸਟੂਡੈਂਟਸ। ਕੀ ਆਨਸਰ ਹੈਗਾ ਕਿ ਏਅਰ ਟ੍ਰੈਫਿਕ ਕੰਟਰੋਲ ਸਟਾਰਟਡ ਆਫਟਰ ਅ ਗ੍ਰੈਂਡ ਕੈਨੀਅਨ ਕ੍ਰੈਸ਼ ਇਨ 1956। ਨੋ, ਗ੍ਰੈਂਡ ਕੈਨੀਅਨ ਕ੍ਰੈਸ਼ ਜਿਹੜਾ ਉਹ ਬਾਅਦ ਦੇ ਵਿੱਚ ਹੋਇਆ, ATC ਆਲਰੇਡੀ ਹੀ ਜਿਹੜਾ ਐਸਟੈਬਲਿਸ਼ਡ ਪਿਆ ਸੀਗਾ, ਐਗਜ਼ਿਸਟ ਕਰਦਾ ਪਿਆ ਸੀਗਾ। ਸੋ ਸਟੂਡੈਂਟ ਤੁਸੀਂ ਦੇਖ ਸਕਦੇ ਇੱਥੇ ਕਿ ਵੈਲ ਬਿਫੋਰ ਗ੍ਰੈਂਡ ਕੈਨੀਅਨ ਡਿਜ਼ਾਸਟਰ। ਸੋ ਅਸੀਂ ਕੀਵਰਡਸ ਦੇ ਨਾਲ ਜਿਹੜਾ ਈਜ਼ੀਲੀ ਇਹ ਆਨਸਰ ਵੀ ਫਾਈਂਡ ਆਊਟ ਕਰ ਲਿਆ। ਸੋ ਡੈਫੀਨੇਟਲੀ ਇਹ ਵਾਲਾ ਜਿਹੜਾ ਸਾਡਾ ਆਨਸਰ ਆ ਸਟੂਡੈਂਟਸ ਉਹ ਵੀ ਕੀ ਹੋਊਗਾ, ਦੈਟ ਇਜ਼ ਆਲਸੋ ਗੋਇੰਗ ਟੂ ਬੀ ਫਾਲਸ। ਕੁਐਸਚਨ ਦੇਖਦੇ ਹਾਂ ਸਟੂਡੈਂਟਸ। ਨੈਕਸਟ ਕੁਐਸਚਨ ਦੇ ਵਿੱਚ ਹੈਗਾ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਆਰ ਸਟਿਲ ਯੂਜ਼ਡ ਬਾਏ ATC ਟੂਡੇ। ਸੋ ਸਟੂਡੈਂਟਸ ਇਸ ਵਰਡ ਦਾ ਖਿਆਲ ਰੱਖਣਾ ਕਿ ਜਿਹੜੀਆਂ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਹੈ ਕੀਵਰਡਸ ਹੈਗੇ ਆ। ਕੁਐਸਚਨ ਇਹ ਹੈਗਾ ਆ ਕਿ ਇਹਨਾਂ ਨੂੰ ਅੱਜ ਵੀ ਯੂਜ਼ ਕੀਤਾ ਜਾ ਰਿਹਾ। ਪਹਿਲਾਂ ਤਾਂ ਤੁਸੀਂ ਇਹ ਸਮਝਣਾ ਆ ਕਿ ਕੁਐਸਚਨ 'ਚ ਪੁੱਛਿਆ ਕੀ ਜਾ ਰਿਹਾ ਕਿ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਆਰ ਸਟਿਲ ਯੂਜ਼ਡ, ਅੱਜ ਵੀ ਯੂਜ਼ ਹੋ ਰਹੀਆਂ। ਜੇ ਤਾਂ ਅੱਜ ਯੂਜ਼ ਹੋ ਰਹੀਆਂ ਹੋਗੀਆਂ ਟਰੂ, ਜੇਕਰ ਅੱਜ ਇਸ ਸਮੇਂ ਦੇ ਵਿੱਚ ਯੂਜ਼ ਨਾ ਹੋ ਰਹੀਆਂ ਹੋਗੀਆਂ ਮੀਨਸ ਕਿ ਦੈਨ ਵੀ ਕੈਨ ਸੇ ਇਟ ਇਜ਼ ਫਾਲਸ। ਐਂਡ ਅਗਰ ਸਾਨੂੰ ਇਹ ਦੱਸਿਆ ਹੀ ਨਹੀਂ ਕਿ ਆਰ ਦੇ ਬੀਇੰਗ ਯੂਜ਼ਡ ਔਰ ਨਾਟ,
ਜੇ ਸਾਨੂੰ ਇਹ ਦੱਸਿਆ ਹੀ ਨਾ ਹੋਇਆ ਦੈਨ ਇਟ ਵੁੱਡ ਬੀ ਨਾਟ ਗਿਵਨ। ਸੋ ਦੇਖਦੇ ਹਾਂ ਸਟੂਡੈਂਟਸ ਕੀਵਰਡਸ ਦੇ ਨਾਲ ਆਪਾਂ ਫਲੈਸ਼ਿੰਗ ਲਾਈਟਸ ਨੂੰ ਵੀ ਕਿੱਥੇ ਇਹਦੀ ਗੱਲ ਕੀਤੀ ਹੈਗੀ ਆ। ਸੋ ਸਟੂਡੈਂਟਸ ਜਿੱਥੇ ਆਪਾਂ ਛੱਡਿਆ ਸੀ ਅਗਰ ਆਪਾਂ ਉੱਥੋਂ ਹੀ ਦੇਖ ਲਈਏ ਤੇ ਸਾਡੇ ਕੋਲ ਜਿਹੜਾ ਆ beacons and flashing lights ਦੋਨੋਂ ਚੀਜ਼ਾਂ ਆ ਚੁੱਕੀਆਂ ਸਟੂਡੈਂਟਸ ਕੀਵਰਡ। ਵਾਈਲ beacons and flashing lights were placed along cross country routes to establish the earliest airways, however this purely visual system, this student ਵਰਤਦਾ ਪਿਆ ਆ ਜਿਹੜੀ ਲਾਈਨ ਪਿੱਛੇ ਗੱਲ ਕਰਕੇ ਆਇਆ ਉਹਦੇ ਲਈ। ਦਿਸ ਪਿਓਰਲੀ ਵਿਜ਼ੂਅਲ ਸਿਸਟਮ ਵਾਜ਼ ਯੂਜ਼ਲੈਸ ਇਨ ਬੈਡ ਵੈਦਰ। ਓਕੇ, ਬੈਡ ਵੈਦਰ ਦੇ ਵਿੱਚ ਇਹਦਾ ਕਹਿੰਦਾ ਕੋਈ ਫਾਇਦਾ ਨਹੀਂ ਹੈ ਇਸ ਸਿਸਟਮ ਦਾ। ਐਂਡ ਬਾਈ ਦਾ 1930s ਰੇਡੀਓ ਕਮਿਊਨੀਕੇਸ਼ਨ ਵਾਜ਼ ਕਮਿੰਗ ਇਨਟੂ ਯੂਜ਼ ਫॉर ATC ਤੇ 1930 ਤੱਕ ਕਹਿੰਦਾ ਰੇਡੀਓ ਕਮਿਊਨੀਕੇਸ਼ਨ ਜਿਹੜੀ ਆ ਉਹ ਕੀ ਸੀਗੀ ਯੂਜ਼ ਦੇ ਵਿੱਚ ਆ ਚੁੱਕੀ ਸੀਗੀ। The first region to have something approximately today's ATC was New York City, with other major metropolitan areas following soon after. So student ਇੱਕ ਵਾਰੀ question ਤੇ ਚੱਲਦੇ ਹਾਂ। question 'ਚ ਕਹਿ ਰਿਹਾ ਕਿ beacons and flashing lights are still used by ATC today. So but passage ਦੇ ਵਿੱਚ ਉਸਨੇ ਗੱਲ ਕੀਤੀ ਹੈਗੀ ਆ ਕਿ ਜਿਹੜੀਆਂ ਸਾਡੀਆਂ beacons and flashing lights ਸੀਗੀਆਂ ਉਹ ਕ੍ਰਾਸ ਕੰਟਰੀ ਰੂਟਸ ਦੇ ਵਿੱਚ ਸਟੈਬਲਿਸ਼ ਕੀਤੀਆਂ ਗਈਆਂ ਸੀਗੀਆਂ ਅਰਲੀਐਸਟ 에ਅਰਵੇਜ਼ ਦੇ ਵਿੱਚ। ਹਾਊਐਵਰ ਦਿਸ ਪਿਓਰਲੀ ਵਿਜ਼ੂਅਲ ਸਿਸਟਮ ਵਾਜ਼ ਯੂਜ਼ਲੈਸ ਇਨ ਬੈਡ ਵੈਦਰ, ਪਰ ਬੈਡ ਵੈਦਰ ਦੇ ਵਿੱਚ ਇਹ ਸਿਸਟਮ ਕਹਿੰਦਾ ਯੂਜ਼ਲੈਸ ਸੀਗਾ, ਇਹਦਾ ਕੋਈ ਫਾਇਦਾ ਨਹੀਂ ਸੀਗਾ। ਤੇ 1930 ਤੱਕ ਜਿਹੜਾ ਰੇਡੀਓ ਕਮਿਊਨੀਕੇਸ਼ਨ ਜਿਹੜੀ ਆ ਯੂਜ਼ ਦੇ ਵਿੱਚ ਆ ਗਈ ਸੀਗੀ ATC ਦੇ ਬਾਰੇ। ਸੋ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਨੂੰ ਦੱਸ ਰਿਹਾ ਕਿ ਉਸ ਸਮੇਂ ਤਾਂ ਇਹ ਸਿਸਟਮ ਬੈਡ ਵੈਦਰ ਦੇ ਵਿੱਚ ਯੂਜ਼ਲੈਸ ਸੀਗਾ, ਬਟ ਅੱਜ ਦੇ ਸਮੇਂ ਦੇ ਵਿੱਚ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਕਿਤੇ ਯੂਜ਼ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ ਇਹ ਸਾਨੂੰ ਕਿਤੇ ਵੀ ਨਹੀਂ ਦੱਸਿਆ ਹੈਗਾ। ਸੋ ਸਟੂਡੈਂਟਸ ਆਈ ਥਿੰਕ ਇਹ ਬਾਰੇ ਸਾਨੂੰ ਯੂਜ਼ ਦੇ ਬਾਰੇ ਨਹੀਂ ਦੱਸਿਆ ਕਿ ਅੱਜ ਉਹ ਯੂਜ਼ ਹੋ ਰਹੀਆਂ ਜਾਂ ਨਹੀਂ। ਇੰਨਾ ਜ਼ਰੂਰ ਦੱਸਿਆ ਕਿ ਬੀਕਨਸ ਐਂਡ ਫਲੈਸ਼ਿੰਗ ਲਾਈਟਸ ਜਿਹੜੀਆਂ ਬੈਡ ਵੈਦਰ ਦੇ ਵਿੱਚ ਯੂਜ਼ਫੁਲ ਨਹੀਂ ਸੀਗੀਆਂ। ਸੋ ਇਸ ਕਰਕੇ ਸਟੂਡੈਂਟਸ ਜੇਕਰ ਸਾਨੂੰ ਇਹਦੇ ਬਾਰੇ ਨਹੀਂ ਦੱਸਿਆ, ਮੈਂ ਤੁਹਾਨੂੰ ਦੱਸਿਆ ਸੀ ਕਿ ਯੂਜ਼ ਹੋ ਰਹੀਆਂ ਅੱਜ ਜਾਂ ਨਹੀਂ ਹੋ ਰਹੀਆਂ, ਨਹੀਂ ਦੱਸਿਆ ਤਾਂ ਆਨਸਰ ਸਾਡਾ ਜਿਹੜਾ ਹੋਊਗਾ ਉਹ ਹੋਊਗਾ ਨਾਟ ਗਿਵਨ। ਸੋ ਇਸੇ ਤਰੀਕੇ ਦੇ ਨਾਲ ਆਪਾਂ ਅਗਲਾ ਕੁਐਸਚਨ ਵੀ ਦੇਖਦੇ ਹਾਂ। Some improvements were made in radio communication during World War II. Okay, ਰੇਡੀਓ ਕਮਿਊਨੀਕੇਸ਼ਨ ਜਿਹੜਾ ਇੱਥੇ ਯੂਜ਼ ਕਰ ਰਹੇ ਸੀਗੇ, ਜਿਹੜਾ ਕਹਿੰਦਾ ਕਿ 1930 ਤੱਕ ਯੂਜ਼ ਕਰਨ ਲੱਗ ਪਏ ਸੀਗੇ ਉਹਦੇ ਵਿੱਚ ਕਹਿੰਦਾ ਕਿ ਕੁਝ ਕੁ ਇੰਪਰੂਵਮੈਂਟਸ ਕੀਤੀਆਂ ਗਈਆਂ ਸੀਗੀਆਂ ਡਿਊਰਿੰਗ ਵਰਲਡ ਵਾਰ 2। ਵਰਲਡ ਵਾਰ 2 ਦੇ ਡਿਊਰਿੰਗ ਕੀ ਇਹਦੇ ਵਿੱਚ ਕੋਈ ਇੰਪਰੂਵਮੈਂਟਸ ਕੀਤੀਆਂ ਗਈਆਂ? ਜੇਕਰ ਕੀਤੀਆਂ ਗਈਆਂ ਹੋਈਆਂ ਟਰੂ, ਅਗਰ ਨਾ ਕੀਤੀਆਂ ਹੋਈਆਂ ਫਾਲਸ। ਜੇਕਰ ਸਾਨੂੰ ਇਹ ਚੀਜ਼ ਨਾ ਦੱਸੀ ਹੋਈ ਕਿ ਇੰਪਰੂਵਮੈਂਟਸ ਹੋਈਆਂ ਜਾਂ ਨਹੀਂ ਹੋਈਆਂ, ਆਨਸਰ ਹੋਊਗਾ ਨਾਟ ਗਿਵਨ। ਸੋ ਸਾਡੇ ਜਿਹੜਾ ਫੋਕਸ ਹੈਗਾ ਸਟੂਡੈਂਟਸ ਉਹ ਹੈਗਾ ਇੰਪਰੂਵਮੈਂਟਸ। ਸੋ ਦੈਨ ਆਪਾਂ ਇਸ ਨੂੰ ਵੀ ਦੇਖ ਲੈਂਦੇ। ਵਰਲਡ ਵਾਰ 2 ਜਿਹੜਾ ਵਰਡ ਹੈਗਾ ਸਾਡਾ ਉਹ ਕੀ ਵਰਡ ਹੋਊਗਾ? ਵਰਲਡ ਵਾਰ 2 ਨੂੰ ਆਪਾਂ ਦੇਖ ਲਵਾਂ ਕਿੱਥੇ ਹੈਗਾ ਸਟੂਡੈਂਟਸ। ਆਹ ਸਾਡਾ ਸੈਕੰਡ ਵਰਲਡ ਵਾਰ ਪਿਆ ਹੈਗਾ ਵਰਡ ਤੋ ਇੰਪਰੂਵਡ ਵੀ ਸਾਨੂੰ ਮਿਲ ਗਿਆ। ਸੋ ਇਸ ਆਪਾਂ ਲਾਈਨ ਨੂੰ ਸਟਾਰਟਿੰਗ ਤੋਂ ਪੜ੍ਹ ਲੈਂਦੇ ਕੀ ਕਹਿੰਦਾ। ਇਨ ਦਾ 1940s ATC centers could and did take advantage of the newly developed radar and improved radio communication brought about by the Second World War. So answer students ਸਾਡਾ ਆ ਗਿਆ ਕਿ 1940s ਤੱਕ in 1940s ATC centers ਜਿਹੜੇ ਆ ਉਹ ਲੈ ਸਕਦੇ ਸੀਗੇ ਐਂਡ ਉਹਨਾਂ ਨੇ ਐਡਵਾਂਟੇਜ ਲਿਆ ਵੀ ਨਵੇਂ ਡਿਵੈਲਪ ਹੋਏ ਰਡਾਰ ਐਂਡ ਇੰਪਰੂਵਡ ਰੇਡੀਓ ਕਮਿਊਨੀਕੇਸ਼ਨ ਦਾ। ਬ੍ਰੌਟ ਅਬਾਊਟ ਦਾ ਬਾਏ ਦਾ ਮਤਲਬ ਸਟੂਡੈਂਟਸ ਕੀ ਹੁੰਦਾ? ਡਿਊਰਿੰਗ, ਵੀ ਕਦੋਂ ਹੋਇਆ ਇਹ ਸਾਰਾ ਕੁਝ? ਸੈਕੰਡ ਵਰਲਡ ਵਾਰ ਦੇ ਦੌਰਾਨ ਹੋਇਆ। ਇਟ ਮੀਨਸ ਕੀ ਆ ਕਿ ਸਾਡਾ ਆਨਸਰ ਜਿਹੜਾ ਸਟੂਡੈਂਟਸ 23rd ਕਿ some improvements were made in radio communication during World War II. Yes, some improvements were brought about by the during World War II. So definitely answer ਸਾਡਾ true ਹੋਊਗਾ। Student next question ਦੇਖਦੇ ਹਾਂ। next question ਹੈਗਾ class F airspace is airspace which is below 365 meter and not near airports. Okay, class F airspace ਜਿਹੜੀ ਹੋਊਗੀ ਉਹ ਕਹਿੰਦਾ ਕਿ below ਹੋਊਗੀ 365 ਮੀਟਰ ਤੋਂ। 365 ਮੀਟਰ ਮੀਨਸ ਕਿ ਗਰਾਊਂਡ ਤੋਂ ਲੈ ਕੇ ਐਂਡ ਨਾਟ ਨੀਅਰ ਦਾ 에ਅਰਪੋਰਟਸ ਤੇ 에ਅਰਪੋਰਟਸ ਦੇ ਨੇੜੇ ਨਹੀਂ ਹੋਊਗੀ। ਸੋ ਸਟੂਡੈਂਟਸ ਕੀਵਰਡ ਹੈਗੇ ਆ ਸਾਡੇ ਨੀਅਰ 에ਅਰਪੋਰਟਸ ਕਲਾਸ F, ਇਹਨੂੰ ਆਪਾਂ ਦੇਖ ਲੈਂਦੇ ਹਾਂ। ਸੋ ਫਸਟ ਆਫ ਆਲ ਸਾਡੇ ਕੋਲ ਜਿਹੜਾ ਲਿਖਿਆ ਹੋਇਆ ਸਟੂਡੈਂਟ 365 ਮੀਟਰ ਸਾਡੇ ਕੋਲ ਆ ਚੁੱਕਿਆ। ਇਹਨੂੰ ਆਪਾਂ ਪੜ੍ਹ ਲੈਂਦੇ ਹਾਂ। 365 ਮੀਟਰ ਅਬਵ ਗਰਾਊਂਡ ਐਂਡ ਹਾਇਰ ਇਨ ਜਨਰਲ ਫਰੋਮ 365 ਮੀਟਰ ਅਬਵ। ਸੋ ਸਟੂਡੈਂਟ ਇੱਥੇ ਖਿਆਲ ਰੱਖਿਓ ਸਾਨੂੰ ਉਧਰ ਦਿੱਤਾ ਹੋਇਆ ਬਿਲੋ। ਆਪਾਂ ਕੀ ਫਾਈਂਡ ਆਊਟ ਕਰਨਾ ਆ? ਕੁਐਸਚਨ ਵੀ ਤੁਸੀਂ ਜਿਹੜਾ ਧਿਆਨ ਨਾਲ ਦੇਖ ਸਕਦੇ ਆ ਇੱਥੇ। Class F airspace is airspace which is below 365 meter. Okay, 365 ਮੀਟਰ ਤੋਂ ਅਬਵ ਦਾ ਏਰੀਆ ਜਿਹੜਾ ਹੈਗਾ
in general from 365 meter above the ground and higher. Okay, 365 meter ਤੋਂ ਉੱਪਰ ਵਾਲਾ ਸਟੂਡੈਂਟਸ ਜਿੰਨਾ ਵੀ ਏਰੀਆ ਹੈਗਾ ਆ ਗਰਾਊਂਡ ਤੋਂ ਲੈ ਕੇ the entire country is blanketed by ਕੰਟਰੋਲਡ 에ਅਰ ਸਪੇਸ। ਓਕੇ, 365 ਮੀਟਰ ਤੋਂ ਉੱਪਰ ਵਾਲਾ ਜਿੰਨਾ ਵੀ ਏਰੀਆ ਸਟੂਡੈਂਟਸ ਹੈਗਾ ਕਹਿੰਦਾ ਗਰਾਊਂਡ ਤੋਂ ਲੈ ਕੇ ਮੀਨਸ ਕਿ ਆ ਜੇਕਰ ਸਾਡੀ ਗਰਾਊਂਡ ਹੈਗੀ ਆ ਤੇ ਉਸ ਤੋਂ ਉੱਪਰ 365 ਮੀਟਰ ਛੱਡ ਕੇ ਉੱਪਰ ਵਾਲਾ ਜਿੰਨਾ ਏਰੀਆ ਉਹ ਸਾਰਾ ਏਰੀਆ ਕੰਟਰੋਲਡ ਹੋਊਗਾ। ਇਟ ਮੀਨਸ ਕਿ ਆ ਜਿਹੜਾ ਏਰੀਆ ਹੈਗਾ ਸਟੂਡੈਂਟਸ ਇਹ ਅਨਕੰਟਰੋਲਡ ਹੈਗਾ, ਉਹਦਾ ਇਹ ਅਨਕੰਟਰੋਲਡ ਏਰੀਆ ਹੋਊਗਾ। ਇਨ ਸਰਟੇਨ ਏਰੀਆਜ਼, ਕੁਛ ਕੁ ਏਰੀਆਜ਼ ਦੇ ਵਿੱਚ ਮੇਨਲੀ ਨੀਅਰ ਏਅਰਪੋਰਟਸ, ਸਪੈਸ਼ਲੀ ਕਹਿੰਦਾ ਕੁਛ ਏਰੀਆਜ਼ ਦੇ ਵਿੱਚ ਏਅਰਪੋਰਟਸ ਦੇ ਨੇੜੇ ਕੰਟਰੋਲਡ 에ਅਰ ਸਪੇਸ ਐਕਸਟੈਂਡਸ ਡਾਊਨ ਟੂ 215 ਮੀਟਰਸ 215 ਮੀਟਰਸ। ਓਕੇ, ਏਅਰਪੋਰਟਸ ਦੇ ਨੇੜੇ ਵਾਲੇ ਏਰੀਆ ਦੇ ਵਿੱਚ ਕਹਿੰਦਾ ਜਿਹੜਾ ਕੰਟਰੋਲਡ ਏਰੀਆ ਹੈਗਾ ਨਾ, ਜਿੱਦਾਂ 365 ਸੀਗਾ ਉਹ ਕਹਿੰਦਾ 215 ਮੀਟਰ ਉੱਪਰ ਤੋਂ ਹੀ ਸਟਾਰਟ ਹੋ ਜਾਂਦਾ। ਮੀਨਸ ਕਿ 215 ਮੀਟਰ ਕਾਊਂਟ ਕਰਕੇ ਏਅਰਪੋਰਟ ਦੇ ਨੇੜੇ ਵਾਲੇ ਏਰੀਆ ਦੇ ਵਿੱਚ ਕੰਟਰੋਲਡ ਏਅਰ ਸਪੇਸ ਸਟਾਰਟ ਹੋ ਜੂਗੀ above the ground and in the immediate vicinity students ਆਪਾਂ ਕੁਐਸਚਨ ਦੇ ਵਿੱਚ ਦੇਖਿਆ ਸੀਗਾ ਨੀਅਰ ਦਾ ਏਅਰਪੋਰਟਸ ਮੀਨਸ ਕਿ immediate vicinity of an airport, vicinity ਕੀ ਹੁੰਦੀ ਆ ਬਿਲਕੁਲ ਉਹਦੇ ਨੇੜੇ। in the immediate vicinity of an airport all the way down to the surface, ਉਹ ਇਟ ਮੀਨਸ ਕੀ ਆ ਕਿ ਜਿਹੜਾ ਕੰਟਰੋਲਡ ਏਰੀਆ ਕਹਿੰਦਾ ਬਿਲਕੁਲ ਏਅਰਪੋਰਟ ਦੇ ਜਿਹੜਾ ਨੇੜੇ ਵਾਲਾ ਹੈਗਾ ਆ ਉਹ ਜਿਹੜਾ ਏਰੀਆ ਆ ਪੂਰਾ ਉੱਪਰ ਤੋਂ ਲੈ ਕੇ ਥੱਲੇ ਗਰਾਊਂਡ ਤੱਕ ਸਾਰਾ ਹੀ ਏਰੀਆ ਕੰਟਰੋਲਡ ਆ। ਏਅਰਪੋਰਟ ਤੋਂ ਥੋੜਾ ਦੂਰ ਚੱਲ ਜੀਏ ਤੇ 215 ਮੀਟਰ ਤੱਕ ਏਰੀਆ ਜਿਹੜਾ ਛੱਡ ਕੇ ਫਿਰ ਉੱਪਰੋਂ ਕੰਟਰੋਲ ਕਰਦੇ ਤੇ ਉਸ ਤੋਂ ਵੀ ਅੱਗੇ ਚੱਲ ਜੀਏ 365 ਮੀਟਰ ਤੋਂ ਉੱਪਰ ਸਟਾਰਟ ਕਰਦੇ ਕੰਟਰੋਲਡ ਏਰੀਆ ਨੂੰ। ਸੋ ਇਹਦੇ ਵਿੱਚ ਸਟੂਡੈਂਟਸ 365 ਮੀਟਰ ਤਾਂ ਸਾਨੂੰ ਦੱਸ ਦਿੱਤਾ ਕਿ 365 ਮੀਟਰ ਤੋਂ ਥੱਲੇ ਵਾਲਾ ਜਿਹੜਾ ਏਰੀਆ ਹੈਗਾ ਆ ਏਅਰਪੋਰਟਸ ਦੇ ਨੇੜੇ ਨਹੀਂ ਹੈਗਾ ਉਹ, ਤੇ ਉਹ ਜਿਹੜਾ ਕੀ ਆ ਐਫ ਕੈਟਾਗਰੀ ਚ ਆਉਂਦਾ। ਐਫ ਕੈਟਾਗਰੀ ਦੀ ਇਹਦੇ ਵਿੱਚ ਗੱਲ ਨਹੀਂ ਹੋਈ, ਐਫ ਕੈਟਾਗਰੀ ਦੀ ਗੱਲ ਸਟੂਡੈਂਟਸ ਇੱਧਰ ਹੋਈ ਆ, ਉਹ ਸਾਨੂੰ ਦੇਖਣੀ ਪੈਣੀ ਹੈ। ਇਹ ਥੋੜਾ ਜਿਹਾ ਕਨਫਿਊਜ਼ਿੰਗ ਹੈਗਾ ਕੁਐਸਚਨ। ਕੰਟਰੋਲਡ 에ਅਰ ਸਪੇਸ ਇਜ਼ ਡਿਵਾਈਡਡ ਇਨਟੂ ਸੈਵਰਲ ਡਿਫਰੈਂਟ ਟਾਈਪਸ, ਅਲੱਗ-ਅਲੱਗ ਟਾਈਪਸ ਦੇ ਵਿੱਚ ਕਹਿੰਦਾ ਕੰਟਰੋਲਡ 에ਅਰ ਸਪੇਸ ਨੂੰ ਡਿਵਾਈਡ ਕੀਤਾ ਹੋਇਆ ਹੈ। ਡੈਜ਼ਿਗਨੇਟਡ ਬਾਈ ਲੈਟਰਸ, ਉਹਨਾਂ ਨੂੰ ਲੈਟਰਸ ਆਫ ਦਾ ਅਲਫਾਬੈਟ, ਅਲਫਾਬੈਟ ਦੇ ਲੈਟਰਸ ਦੇ ਨਾਲ ਕਹਿੰਦਾ ਉਹਨਾਂ ਨੂੰ ਡੈਜ਼ਿਗਨੇਟ ਕੀਤਾ ਹੈ। ਅਨਕੰਟਰੋਲਡ 에ਅਰ ਸਪੇਸ ਇਜ਼ ਡੈਜ਼ਿਗਨੇਟਡ ਕਲਾਸ ਐਫ, ਆ ਗਿਆ ਕਲਾਸ ਐਫ। ਹੁਣ ਕਹਿੰਦਾ ਕਲਾਸ ਐਫ ਦੇ ਵਿੱਚ ਉਹ ਸਾਰਾ ਏਰੀਆ ਹੁੰਦਾ ਆ ਜਿਹੜਾ ਕਿ ਅਨਕੰਟਰੋਲਡ ਦੇ ਵਿੱਚ ਹੁੰਦਾ। ਸੋ 365 ਮੀਟਰ ਤੋਂ ਥੱਲੇ ਵਾਲਾ ਜਿੰਨਾ ਏਰੀਆ ਸੀਗਾ, ਆ ਗਰਾਊਂਡ ਹੋ ਗਈ, ਇੱਥੋਂ 365 ਮੀਟਰ ਸਟਾਰਟ ਹੁੰਦਾ, ਆ ਸਾਰਾ ਏਰੀਆ ਸਟੂਡੈਂਟ ਕਹਿੰਦਾ ਅਨਕੰਟਰੋਲਡ ਆ। ਤੇ ਇਹ ਅਨਕੰਟਰੋਲਡ ਏਰੀਆ ਕਿਹਦੇ ਵਿੱਚ ਆਉਂਦਾ, ਇਹ ਆਉਂਦਾ ਕਲਾਸ ਐਫ ਦੇ ਵਿੱਚ। ਹੁਣ ਆਪਾਂ ਚਲੀਏ ਕੁਐਸਚਨ ਦੇ ਉੱਤੇ। ਕੁਐਸਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਲਾਸ ਐਫ 에ਅਰ ਸਪੇਸ ਇਜ਼ 에ਅਰ ਸਪੇਸ ਵਿਚ ਇਜ਼ ਬਿਲੋ 365 ਮੀਟਰ। ਯੈਸ, ਤੇ ਕਲਾਸ ਐਫ 에ਅਰ ਸਪੇਸ ਕਿਹੜੀ, ਜਿਹੜੀ 365 ਮੀਟਰ ਤੋਂ ਥੱਲੇ ਵਾਲਾ ਏਰੀਆ ਹੈਗਾ ਆ। ਐਂਡ ਨੋਟ ਨੀਅਰ ਦਾ 에ਅਰਪੋਰਟ, ਹਾਂ ਬਿਲਕੁਲ ਉਹਨੇ ਇੱਥੇ ਕਹਿਤਾ ਸੀਗਾ ਕਿ 에ਅਰਪੋਰਟ ਦੇ ਨੇੜੇ ਵਾਲਾ ਏਰੀਆ ਤਾਂ ਸਾਰਾ ਹੀ ਕਹਿੰਦਾ ਸੀ ਕੰਟਰੋਲ ਕੀਤਾ ਹੋਇਆ। ਆਲ ਦਾ ਵੇ ਡਾਊਨ ਟੂ ਅਬਵ ਦਾ ਗਰਾਊਂਡ ਦਾ ਸਰਫੇਸ ਤੱਕ ਸਾਰਾ ਹੀ ਏਰੀਆ ਕਹਿੰਦਾ ਸੀਗਾ ਜਿਹੜਾ ਅਸੀਂ ਕੀ ਕੀਤਾ ਹੋਇਆ, ਕੰਟਰੋਲ ਕੀਤਾ ਹੋਇਆ। ਸੋ ਡੈਫੀਨੇਟਲੀ ਆਨਸਰ ਸਾਡਾ ਸਟੂਡੈਂਟ ਟਰੂ ਹੋਊਗਾ ਕਿ ਜਿਹੜਾ ਐਫ। ਥੋੜਾ ਜਿਹਾ ਕਨਫਿਊਜ਼ਿੰਗ ਸੀਗਾ ਇਸ ਤਰ੍ਹਾਂ ਦੇ ਕੁਐਸਚਨ ਕਦੀ ਕਦੀ ਆ ਜਾਂਦੇ ਆ, ਤੁਸੀਂ ਖਿਆਲ ਰੱਖਣਾ ਉਹਦਾ। ਸੋ ਕਲਾਸ ਐਫ ਏ ਸਪੇਸ ਇਜ਼ ਏ ਸਪੇਸ ਵਿਚ ਇਜ਼ ਬਿਲੋ 365 ਮੀਟਰ ਐਂਡ ਨੋਟ ਨੀਅਰ ਦਾ 에ਅਰਪੋਰਟਸ। ਯੈਸ, ਟਰੂ ਆ ਇਹ ਵਾਲਾ ਆਨਸਰ ਸਟੂਡੈਂਟਸ। ਨੈਕਸਟ, all aircraft in class E airspace must use IFR। ਓਕੇ, ਜਿੰਨੇ ਵੀ ਕਲਾਸ E ਦੇ ਵਿੱਚ 에ਅਰਕ੍ਰਾਫਟਸ ਆਉਂਦੇ ਆ ਉਹਨਾਂ ਨੂੰ IFR ਨੂੰ ਯੂਜ਼ ਕਰਨਾ ਪੈਣਾ। ਸਟੂਡੈਂਟ ਇਹਨੂੰ ਆਪਾਂ ਦੇਖਦੇ ਹਾਂ, ਕਲਾਸਿਸ ਦੀ ਗੱਲ ਆਪਾਂ ਇੱਥੇ ਹੀ ਪੜ੍ਹੀ ਆ, ਕਲਾਸ E ਨੂੰ ਆਪਾਂ ਦੇਖ ਲੈਂਦੇ ਹਾਂ। ਸਟੂਡੈਂਟ ਕਲਾਸ E ਦੀ ਗੱਲ ਕਿੱਥੇ ਹੋਈ ਹੈ ਸਾਡੀ, ਸੋ ਆ ਗਈ ਕਲਾਸ ਸਟੂਡੈਂਟਸ E above sea level and not in the vicinity of an airport। class E all airspace IFR ਸਾਡਾ ਕੀਵਰਡਸ ਸੀਗਾ, IFR ਨੂੰ ਆਪਾਂ ਸਟੂਡੈਂਟਸ ਲੱਭ ਲੈਂਦੇ ਆ। VFR ਆ ਗਿਆ ਸਟੂਡੈਂਟ IFR। all operations are IFR and pilot must be। ਸੋ ਸਟੂਡੈਂਟਸ ਮੈਨੂੰ ਲੱਗਦਾ ਕਿ ਨਹੀਂ ਇਸ ਤਰੀਕੇ ਦੇ ਨਾਲ ਗੱਲ ਨਹੀਂ ਹੋਏਗੀ। ਉਹ ਤਾਂ ਇੱਥੇ ਕਹਿ ਰਿਹਾ ਕਿ ਕਲਾਸ A ਦੇ ਵਿੱਚ ਸਾਰੇ ਹੀ ਆਪਰੇਸ਼ਨਸ ਜਿਹੜੇ ਆ IFR ਆ, ਜਦ ਕਿ ਕੁਐਸਚਨ ਦੇ ਵਿੱਚ ਕਹਿ ਰਿਹਾ ਕਿ ਆਲ 에ਅਰਕ੍ਰਾਫਟ ਇਨ ਕਲਾਸ E 에ਅਰ ਸਪੇਸ ਮਸਟ ਯੂਜ਼ FIR। ਸੋ ਇਟ ਮੀਨਸ ਕਿ ਆਨਸਰ ਫਾਲਸ ਆ। ਇੱਥੇ ਕਲਾਸ E ਨਹੀਂ, ਇੱਥੇ ਕਲਾਸ ਹੋਣਾ ਚਾਹੀਦਾ A, ਦੈਨ ਸਾਡਾ ਆਨਸਰ ਟਰੂ ਹੋਣਾ ਸੀਗਾ ਇਹ। ਬਟ ਇੱਥੇ ਕਲਾਸ E ਆ, ਕਲਾਸ E ਦੇ ਵਿੱਚ IFR ਨੂੰ ਯੂਜ਼ ਕਰਨ ਦੇ ਬਾਰੇ ਨਹੀਂ ਕਿਹਾ ਉਹਨੇ, ਇਸ ਕਰਕੇ ਆਨਸਰ ਸਟੂਡੈਂਟ ਸਾਡਾ ਇਹ ਫਾਲਸ ਹੋ ਜਾਣਾ, ਕਿਉਂਕਿ ਸਾਡੀ IFR ਕਲਾਸ A ਦੇ ਵਿੱਚ ਯੂਜ਼ ਹੁੰਦੀ ਹੈ, ਨਾ ਕਿ ਕਲਾਸ E ਦੇ ਵਿੱਚ।
ਸੋ ਇਸ ਤਰ੍ਹਾਂ ਲਾਸਟ ਕੁਐਸਚਨ ਹੈਗਾ, ਕਾਫੀ ਲੰਬੀ ਵੀਡੀਓ ਹੋ ਗਈ ਹੈ, ਮੈਂ ਕੋਸ਼ਿਸ਼ ਕਰਨੀ ਚਾਹੁੰਦਾ ਛੋਟੀ ਰੱਖਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਗਈ ਆ, ਵੀਡੀਓ ਨੂੰ ਬਹੁਤ ਹੀ ਵੱਡੀ ਨਾ ਕਰਾਂ। ਮੈਂ ਇੱਕ ਕੁਐਸਚਨ ਇੱਥੇ ਛੱਡ ਰਿਹਾ ਹਾਂ, ਤੁਸੀਂ ਇਹਨੂੰ ਕੋਸ਼ਿਸ਼ ਕਰ ਸਕਦੇ ਹੋ ਜੇਕਰ ਤੁਸੀਂ ਲੱਭੇ। ਸੋ ਸਟੂਡੈਂਟਸ, ਅਗਰ ਤੁਹਾਨੂੰ ਹੁਣ ਮੇਰੀ ਵੀਡੀਓ ਤੁਹਾਨੂੰ ਮੇਰਾ ਤਰੀਕਾ ਜਿਹੜਾ ਟਰੂ ਫਾਲਸ ਕਰਨ ਦਾ ਈਜ਼ੀ ਲੱਗਿਆ, ਸੋ ਫਸਟ ਆਫ ਆਲ ਵੀ ਹੈਵ ਟੂ ਅੰਡਰਸਟੈਂਡ ਦਾ ਕੀਵਰਡ, ਦੈਨ ਵੀ ਹੈਵ ਟੂ ਟੇਕ ਕੇਅਰ ਇਨਟੂ, ਦੈਨ ਵੀ ਹੈਵ ਟੂ ਅੰਡਰਸਟੈਂਡ ਵਾਟ ਇਜ਼ ਬੀਇੰਗ ਆਸਕਡ। ਇਹ ਦੋ ਚੀਜ਼ਾਂ 'ਤੇ ਧਿਆਨ ਦਵੋਗੇ ਤਾਂ ਸਟੂਡੈਂਟ ਤੁਹਾਡੇ ਟਰੂ ਫਾਲਸ ਜਿਹੜੇ ਬੜੇ ਈਜ਼ੀਲੀ ਹੋ ਸਕਦੇ ਆ। ਸੋ ਫਾਈਨਲੀ ਸਟੂਡੈਂਟਸ, ਉਹੀ ਗੱਲ ਫਿਰ ਕਹਿਣਾ ਚਾਹੁੰਦਾ ਕਿ ਅਗਰ ਮੇਰੀ ਟ੍ਰਿਕਸ ਤੁਹਾਨੂੰ ਈਜ਼ੀ ਲੱਗੀਆਂ ਐਂਡ ਪਸੰਦ ਆਈਆਂ, ਤੁਸੀਂ ਖੁਦ ਇਸ ਤਰੀਕੇ ਨਾਲ ਕਰਕੇ ਦੇਖੋ, ਤੁਹਾਡੇ ਈਜ਼ੀਲੀ ਜਿਹੜੇ ਟਰੂ ਫਾਲਸ ਕਲੀਅਰ ਹੋਣਗੇ। ਸੋ ਅਗਰ ਸਟੂਡੈਂਟਸ ਹੁਣ ਮੇਰੀ ਵੀਡੀਓਸ ਤੁਹਾਨੂੰ ਚੰਗੀ ਲੱਗੀ ਆ ਤੇ ਪਲੀਜ਼ ਚੈਨਲ ਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਪਲੀਜ਼ ਬਾਕੀਆਂ ਨਾਲ ਵੀ ਸ਼ੇਅਰ ਕਰੋ ਅਗਰ ਤੁਹਾਨੂੰ ਲੱਗਦਾ ਕਿ ਬਾਕੀਆਂ ਨੂੰ ਵੀ ਇਹਦਾ ਕੁਛ ਨਾ ਕੁਛ ਬੈਨੀਫਿਟ ਹੋ ਸਕਦਾ। ਐਂਡ ਇੰਪੋਰਟੈਂਟ ਥਿੰਗ, ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ, ਬਿਕੋਜ਼ ਤੁਸੀਂ ਸਟੂਡੈਂਟ ਸਬਸਕ੍ਰਾਈਬ ਕਰੋਗੇ ਤੇ ਤਾਂ ਹੀ ਮੈਨੂੰ ਮੋਟੀਵੇਸ਼ਨ ਮਿਲੂਗਾ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਪਸੰਦ ਕਰ ਰਹੇ ਹੋ ਔਰ ਤੁਹਾਨੂੰ ਮੇਰੀ ਹੋਰ ਵੀ ਵੀਡੀਓਜ਼ ਦੀ ਜ਼ਰੂਰਤ ਹੈਗੀ ਆ। ਸੋ ਅਗੇਨ ਸਟੂਡੈਂਟਸ, ਡੋਂਟ ਫੋਰਗੇਟ ਆਲ ਥੀਸ ਥਿੰਗਸ ਐਂਡ ਸਟੇ ਟਿਊਨਡ ਫॉर ਮਾਈ ਨੈਕਸਟ ਵੀਡੀਓਜ਼। ਥੈਂਕ ਯੂ।